ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਪ੍ਰੋਗਰਾਮ ਵਿੱਚ ਕੁਝ ਖਬਰਾਂ ਤੇ ਵਿਚਾਰ ਕਰਾਂਗੇ। ਉਹ ਖਬਰਾਂ ਨੇ ਜਿਸ ਦੇ ਵਿੱਚ ਕੁਝ ਇੱਕ ਸਾਨੂੰ ਹਲੂਣਾ ਦੇਣ ਵਾਲੀਆਂ ਨੇ, ਕੁਝ ਇੱਕ ਝੰਜੋੜਨ ਵਾਲੀਆਂ ਨੇ, ਕੁਝ ਇੱਕ ਸੋਚਣ ਤੇ ਮਜਬੂਰ ਕਰਨ ਵਾਲੀਆਂ ਨੇ, ਕੁਝ ਇੱਕ ਸਿਆਸਤ ਨਾਲ ਜੁੜੀਆਂ ਹੋਈਆਂ ਨੇ ਤੇ ਕੁਝ ਇੱਕ ਸਮਾਜਿਕ ਵਿਸ਼ਿਆਂ ਨਾਲ ਜੁੜੀਆਂ ਹੋਈਆਂ ਨੇ। ਸਭ ਤੋਂ ਪਹਿਲੀ ਅਤੇ ਅਹਿਮ ਖਬਰ ਜਿਸ ਦੇ ਉੱਤੇ ਵਿਸਥਾਰ ਨਾਲ ਚਰਚਾ ਕਰਾਂਗਾ, ਬੀਤੇ ਬੁੱਧਵਾਰ ਤੋਂ ਪੰਜਾਬ ਦੇ ਬਹੁਤ ਸਾਰੇ ਘਰਾਂ ਦੇ ਵਿੱਚ ਲਗਾਤਾਰ 70 ਵਿਛ ਰਹੇ ਨੇ। 11 ਕੁ ਮੌਤਾਂ ਤੋਂ ਗਿਣਤੀ ਸ਼ੁਰੂ ਹੋਈ। 100 ਦਾ ਅੰਕੜਾ ਹੁਣ ਤੱਕ ਟੱਪ ਕੇ ਮੌਤਾਂ ਦੀ ਗਿਣਤੀ 111 ਹੋ ਚੁੱਕੀ ਹੈ। ਇੱਕੋ ਹੀ ਪਰਿਵਾਰ ਦੇ ਕਈ ਜੀ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਨੇ। ਕਈਆਂ ਪਰਿਵਾਰਾਂ ਦੇ ਵਿੱਚ ਸਿਰਫ ਤੇ ਸਿਰਫ ਕਮਾਉਣ ਵਾਲੇ ਜਿਹੜੇ ਵਿਅਕਤੀ ਸਨ ਉਹ ਮੌਤ ਦੀ ਆਗੋਸ਼ ਵਿੱਚ ਜਾ ਚੁੱਕੇ ਨੇ। ਕਈਆਂ ਦੇ ਬੱਚੇ 2, 4, 6 ਵਰ੍ਹਿਆਂ ਦੇ ਸੀ। ਉਹਨਾਂ ਦਾ ਹੁਣ ਪਾਲਣ ਪੋਸ਼ਣ ਕੌਣ ਕਰੇਗਾ? ਇਸ ਖਬਰ ਦੇ ਉੱਤੇ ਵਿਚਾਰ ਨਾਲ ਚਰਚਾ ਕਰਾਂਗੇ, ਵਿਸਥਾਰ ਨਾਲ ਚਰਚਾ ਕਰਾਂਗੇ। ਅਗਲੀ ਖਬਰ, ਪਿਛਲੀ ਖਬਰ ਦੀ ਹਲੇ ਸਿਆਹੀ ਨਹੀਂ ਸੁੱਕੀ ਕਿ ਹਫ਼ਤਾ 10 ਦਿਨ ਪਹਿਲਾਂ 2 ਪੰਜਾਬੀ ਨੌਜਵਾਨ ਜਿਹੜੇ ਸੁਨਹਿਰੇ ਭਵਿੱਖ ਨੂੰ ਲੈ ਕੇ ਕੈਨੇਡਾ ਦੀ ਧਰਤ ਤੇ ਆਏ ਸਨ, ਦੋਵਾਂ ਦੀ ਡੁੱਬਣ ਕਾਰਨ ਮੌਤ ਹੋਈ। ਇੱਕ ਦੀ ਬ੍ਰਿਟਿਸ਼ ਕੋਲੰਬੀਆ ਵਿੱਚ ਹੋਈ ਸੀ, ਦੂਸਰੀ ਅਲਬਰਟਾ ਸੂਬੇ ਵਿੱਚ ਹੋਈ। ਹੁਣ ਆਹ 2 ਇਸੇ ਤਰ੍ਹਾਂ ਦੀਆਂ ਖਬਰਾਂ ਹੋਰ ਮਿਲ ਰਹੀਆਂ ਨੇ। ਖਬਰਾਂ ਮੰਦਭਾਗੀਆਂ ਨੇ। ਇੱਕ ਓਨਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਦੇ ਵਿੱਚ ਕੁਝ ਕੁ ਵਰ੍ਹੇ ਪਹਿਲਾਂ ਸ਼ਤਰਾਣਾ ਦੇ ਨੇੜਲੇ ਡੇਰੇ ਦਾ ਨੌਜਵਾਨ ਪੜ੍ਹਨ ਵਾਸਤੇ ਆਇਆ ਸੀ, ਆਤਮ ਹੱਤਿਆ ਕਰ ਗਿਆ। ਇਸੇ ਤਰ੍ਹਾਂ ਇੱਕ ਪੰਜਾਬੀ ਦਾ ਉੱਭਰ ਰਿਹਾ ਗੀਤਕਾਰ ਸੀ ਜਿਸ ਨੇ ਆਪਣੇ ਗੀਤਾਂ ਦੇ ਰਾਹੀਂ ਪਤਾ ਨਹੀਂ ਕਿੰਨਾ ਕੁ ਪੰਜਾਬੀ ਮਾਂ ਬੋਲੀ ਦੇ ਭੰਡਾਰ ਦੇ ਵਿੱਚ ਵਾਧਾ ਕਰਨਾ ਸੀ। ਪਿਛਲੇ ਦਿਨੀ ਕੁਲਵਿੰਦਰ ਬਿੱਲਾ ਦਾ ਗੀਤ ਗੁੱਤਨਾਰ ਦੀ ਆਇਆ ਸੀ, ਉਸੇ ਗੀਤਕਾਰ ਦਾ ਲਿਖਿਆ ਸੀ। ਸਰਦਾਰ ਸਿੱਪੀ ਗਿੱਲ ਦਾ ਆਇਆ ਸੀ, ਉਸੇ ਗੀਤਕਾਰ ਦਾ ਲਿਖਿਆ ਸੀ। ਐਡਮਿੰਟਨ ਵਿੱਚ ਰਹਿੰਦਾ ਸੀ, ਉਹਦੀ ਵੀ ਮੌਤ ਹੋ ਗਈ ਹੈ। ਇਹ 2 ਨੌਜਵਾਨਾਂ ਦੀ ਫਿਰ ਤੋਂ ਦੁਬਾਰਾ ਹੋਈ ਮੌਤ ਨੇ ਪੰਜਾਬੀ ਭਾਈਚਾਰਾ ਇੱਕ ਵਾਰੀ ਫਿਰ ਤੋਂ ਝੰਜੋੜ ਕੇ ਰੱਖ ਦਿੱਤਾ ਹੈ। ਮੌਤਾਂ ਦਾ ਕਾਰਨ ਕੀ ਰਿਹਾ, ਵਿਸਥਾਰ ਨਾਲ ਚਰਚਾ ਕਰਾਂਗੇ। ਅਗਲੀ ਖਬਰ ਹੈ, ਬਹੁਤ ਸਾਰੇ ਲੋਕ ਨੇ ਕਿਸੇ ਨੂੰ ਕਿਸੇ ਕਾਰਨ ਵਸ ਉਹਨਾਂ ਨੂੰ ਆਪਣੇ ਵਤਨ ਵਾਪਸ ਪਰਤਣਾ ਪੈ ਰਿਹਾ ਹੈ। ਵਿਦੇਸ਼ ਦੀ ਧਰਤੀ ਤੇ ਆਏ ਹੋਏ ਭਾਰਤੀ ਨੂੰ ਵਾਪਸ ਭਾਰਤ ਜਾਣਾ ਪੈ ਰਿਹਾ ਹੈ। ਉਹਨਾਂ ਦੀ ਖੱਜਲ ਖੁਆਰੀ ਜਿੱਥੇ ਹੋ ਰਹੀ ਹੈ, ਜਿੱਥੇ ਉਹਨਾਂ ਨੂੰ ਫਲਾਈਟਸ ਨਹੀਂ ਮਿਲ ਰਹੀਆਂ, ਉਹਦੇ ਨਾਲ ਭਾਰਤ ਸਰਕਾਰ ਵੱਲੋਂ ਅੱਜ ਇੱਕ ਨਵੀਂ ਸੂਚਨਾ ਮਿਲੀ ਹੈ ਕਿ ਜਿਹੜੇ ਲੋਕ ਭਾਰਤ ਵਾਪਸ ਆਉਣਗੇ ਉਹਨਾਂ ਵਾਸਤੇ ਕੁਝ ਨਵੀਆਂ ਗਾਈਡਲਾਈਨਸ, ਕੁਝ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਉਹਨਾਂ ਵਿੱਚ ਕੀ ਕੁਝ ਹੈ, ਕਦ ਤੋਂ ਲਾਗੂ ਹੋਣਗੇ, ਵਿਸਥਾਰ ਨਾਲ ਚਰਚਾ ਕਰਾਂਗਾ। ਇਸੇ ਤਰੀਕੇ ਇੱਕ ਹੋਰ ਖਬਰ ਹੈ। ਆਮ ਤੌਰ ਤੇ ਅਸੀਂ ਵੇਖਦੇ ਹਾਂ ਕਿ ਅਸੀਂ ਬਹੁਤ ਸਾਰੇ ਲੋਕ ਹਾਂ ਜਿਹੜੇ ਸਮੇਂ ਦੇ ਪਾਬੰਦ ਨਹੀਂ, ਪਰ ਸਮੇਂ ਦੀ ਪਾਬੰਦੀ ਜਦੋਂ ਅਸੀਂ ਇਹਨਾਂ ਮੁਲਕਾਂ ਵਿੱਚ ਆ ਕੇ ਵੇਖਦੇ ਹਾਂ, ਜੇ 7 ਦਾ ਮਤਲਬ 7, 9 ਦਾ ਮਤਲਬ 9, ਪਰ ਅਸੀਂ ਤਾਂ ਦੇਖਦੇ ਹਾਂ ਕੋਈ ਬੈਂਕ 9 ਵਜੇ ਖੁੱਲ੍ਹਣਾ, 9:30 ਵਜੇ ਜਾ ਕੇ ਕਾਊਂਟਰ ਤੋਂ ਪੁੱਛੋ, ਨਹੀਂ ਸਾਹਿਬ ਹਲੇ ਆਏ ਨਹੀਂ। ਕਿਸੇ ਤਹਿਸੀਲਦਾਰ ਦੇ ਦਫ਼ਤਰ ਚਲੇ ਜਾਓ, ਅੱਜ ਜੀ ਇੰਨੇ ਵਜੇ ਤੋਂ ਲੈ ਕੇ ਇੰਨੇ ਵਜੇ ਤੱਕ ਸਾਹਿਬ ਇੱਥੇ ਬੈਠਦੇ, ਨਹੀਂ ਜੀ ਅੱਜ ਤੋਂ ਆਏ ਨਹੀਂ, ਅੱਜ ਤੋਂ ਦੌਰੇ ਤੇ ਗਏ ਆ। ਪਤਾ ਨਹੀਂ ਕਿਹੜਾ ਦੌਰਾ ਪੈਂਦਾ ਉਹਨਾਂ ਨੂੰ, ਕਿੱਥੇ ਗਏ ਹੁੰਦੇ ਨੇ ਲੋਕ। ਕਈ ਵਾਰੀ ਹਫ਼ਤਿਆਂ ਬੱਧੀ, ਮਹੀਨਿਆਂ ਬੱਧੀ ਇੰਤਜ਼ਾਰ ਕਰਦੇ, ਕੰਮ ਨਹੀਂ ਹੁੰਦਾ। ਪਰ ਦਿੱਲੀ ਵਾਲੇ ਪਾਸੋਂ ਇਸ ਤਰ੍ਹਾਂ ਦੀ ਇੱਕ ਚੰਗੀ ਖਬਰ ਆ ਰਹੀ ਹੈ। ਬੀਤੇ ਸ਼ਨੀਚਰਵਾਰ ਨੂੰ ਕੁਝ ਪੁਲਿਸ ਮੁਲਾਜ਼ਮ ਸੀ, ਸਮਾਂ ਦਿੱਤਾ 5 ਵਜੇ ਦਾ, 6 ਵਜੇ ਤੱਕ ਆਏ ਨਹੀਂ ਸੀ। 36 ਮੁਲਾਜ਼ਮ ਨੇ ਮੁਅੱਤਲ ਕਰ ਦਿੱਤੇ। ਇਸ ਤਰ੍ਹਾਂ ਦੀਆਂ ਸਖਤੀਆਂ ਜੇਕਰ ਹੋਣ ਲੱਗਣ, ਚਾਰੇ ਪਾਸੋਂ ਖਬਰਾਂ ਚੰਗੀਆਂ ਆਉਣ ਲੱਗਣਗੀਆਂ। ਆਓ ਹੁਣ ਇਹਨਾਂ ਸਾਰੀਆਂ ਖਬਰਾਂ ਦਾ ਵਿਸਥਾਰ ਇੱਕ ਦੂਸਰੇ ਦਾ ਸਾਂਝਾ ਕਰੀਏ। ਪਰ ਇਹਦੇ ਤੋਂ ਪਹਿਲਾਂ ਬੇਨਤੀ ਨਿਤਵਾਨ ਕਰਨੀ ਚਾਹੁੰਦਾ ਕਿ ਜੇਕਰ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਅਪੀਲ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਔਨ ਕਰ ਲਿਓ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਕਿ ਆਪਾਂ ਇੱਕ ਦੂਸਰੇ ਨਾਲ ਜੁੜੇ ਰਹੀਏ। ਹੁਣ ਸਭ ਤੋਂ ਪਹਿਲੀ ਤੇ ਮੰਦਭਾਗੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਹਰ ਕੋਈ ਮਾਪਾ ਆਪਣੇ ਪੁੱਤ ਨੂੰ, ਆਪਣੀ ਧੀ ਨੂੰ ਜਦੋਂ ਕਿਸੇ ਵਿਦੇਸ਼ ਦੀ ਧਰਤੀ ਵੱਲ ਭੇਜਦਾ, ਸੁਨਹਿਰੇ ਸੁਪਨੇ ਲੈ ਕੇ ਭੇਜਦਾ। ਆਉਣ ਵਾਲਾ ਉਹ ਵਿਅਕਤੀ ਵੀ ਸੁਨਹਿਰੇ ਸੁਪਨੇ ਸਜਾ ਕੇ ਆਉਂਦਾ। ਜਦੋਂ ਕਿਸੇ ਧਰਤੀ ਤੇ ਲੈਂਡ ਕਰਦਾ, ਉਹਦੇ ਕੋਲੇ ਸੁਪਨਿਆਂ ਦਾ ਅਥਾਹ ਭੰਡਾਰ ਤੇ ਸਮੁੰਦਰ ਹੁੰਦਾ। ਉਹ ਸੋਚਦਾ ਕਿ ਮੈਂ ਕਿੱਥੇ ਕਿੱਥੇ ਤਾਰੀਆਂ ਲਾਵਾਂਗਾ, ਕਿੱਥੇ ਕਿੱਥੇ ਮਾਪਿਆਂ ਨੂੰ ਐਸ਼ ਕਰਾ ਦਾਂਗਾ ਤੇ ਮੇਰੇ ਵੀ ਝੰਡੇ ਝੂਲਣਗੇ। ਪਰ ਪਤਾ ਨਹੀਂ ਹੋਣੀ ਨੂੰ ਮਨਜ਼ੂਰ ਕੀ ਹੁੰਦਾ। ਇਸੇ ਤਰ੍ਹਾਂ ਦੀ ਇੱਕ ਜਿਹੜੀ ਮੰਦਭਾਗੀ ਖਬਰ ਹੈ, ਪਾਤੜਾਂ ਦੇ ਨੇੜੇ ਪੈਂਦਾ ਪਿੰਡ ਸ਼ਤਰਾਣਾ, ਉੱਥੇ ਕਿਸੇ ਡੇਰੇ ਦੇ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਨੇ
2017 ਦੇ ਵਿੱਚ ਆਪਣਾ ਪੁੱਤ ਜਿਸ ਦਾ ਨਾਮ ਹਰਮਿੰਦਰ ਸਿੰਘ ਦੱਸਿਆ ਜਾ ਰਿਹਾ ਤੇ ਉਮਰ ਸਿਰਫ 22 ਵਰ੍ਹੇ ਸੀ, 2017 ਦੇ ਵਿੱਚ ਇੱਥੇ ਪੜ੍ਹਨ ਵਾਸਤੇ ਭੇਜਿਆ। ਅੱਜ ਕੱਲ੍ਹ ਬਰੈਂਪਟਨ ਦੇ ਵਿੱਚ ਰਹਿੰਦਾ ਸੀ, ਪੜ੍ਹਾਈ ਪੂਰੀ ਹੋ ਗਈ ਸੀ, PR ਦੀ ਫਾਈਲ ਲੱਗੀ ਹੋਈ ਸੀ। ਹੁਣ ਪਤਾ ਨਹੀਂ ਮਾਪਿਆਂ ਨੇ ਕਿੰਨੇ ਕੁ ਔਖੇ ਹੋ ਕੇ, ਕਿੰਨੇ ਕੁ ਸੁਖਾਲੇ ਹੋ ਕੇ ਹਰਮਿੰਦਰ ਨੂੰ ਕੈਨੇਡਾ ਦੇ ਵਿੱਚ ਪੜ੍ਹਨ ਵਾਸਤੇ ਭੇਜਿਆ ਹੋਣਾ। ਪੜ੍ਹਾਈ ਪੂਰੀ ਵੀ ਕਰ ਲਈ, ਕੰਪਿਊਟਰ ਦੀ ਪੜ੍ਹਾਈ ਲਈ ਤੇ ਉਹ ਪੂਰੀ ਕੀਤੀ। ਪਰ ਹੁਣ ਜਦੋਂ ਬਰੈਂਪਟਨ ਪੁਲਿਸ ਅਫਸਰ ਦਾ ਹਰਮਿੰਦਰ ਦੇ ਮਾਪਿਆਂ ਦੇ ਕੰਨੀ ਆਵਾਜ਼ ਪੈਂਦੀ ਆ, ਕੰਨੀ ਆਵਾਜ਼ ਗੂੰਜਦੀ ਆ, ਤੇ ਉਹ ਕੀ ਸੀ ਕਿ ਕੀ ਹਰਮਿੰਦਰ ਦੇ ਘਰੋਂ ਤੁਸੀਂ ਬੋਲ ਰਹੇ ਹੋ, ਕੀ ਹਰਮਿੰਦਰ ਦੇ ਮਾਪਿਆਂ ਨਾਲ ਗੱਲਬਾਤ ਹੋ ਰਹੀ ਹੈ, ਤੁਸੀਂ ਹਰਮਿੰਦਰ ਦੇ ਕੀ ਲੱਗਦੇ ਹੋ। ਜਦੋਂ ਮੂਹਰੇ ਉਹ ਹਾਮੀ ਭਰੀ ਗਈ ਕਿ ਹਾਂ ਅਸੀਂ ਹਰਮਿੰਦਰ ਦਾ ਪਰਿਵਾਰ ਹਾਂ, ਸਾਡਾ ਬੱਚਾ ਪੜ੍ਹਨ ਵਾਸਤੇ ਗਿਆ ਸੀ, ਅੱਜ ਕੱਲ੍ਹ PR ਦੀ ਫਾਈਲ ਲੱਗੀ ਸੀ, ਬਰੈਂਪਟਨ ਨਿਵਾਸੀ ਸੀ, ਤੇ ਫਿਰ ਅੱਗੋਂ ਜਿਹੜੀ ਮਨਹੂਸ ਖਬਰ ਉਹਨਾਂ ਦੇ ਕੰਨੀ ਪਈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਬਰੈਂਪਟਨ ਦਾ ਪੁਲਿਸ ਅਫਸਰ ਦੱਸ ਰਿਹਾ ਉਸਦੇ ਮਾਪਿਆਂ ਨੂੰ ਕਿ ਹਰਮਿੰਦਰ ਇਸ ਦੁਨੀਆ ਵਿੱਚ ਨਹੀਂ ਰਿਹਾ। ਪੁੱਛਿਆ ਗਿਆ ਕਾਰਨ ਕੀ ਹੋਇਆ, ਮਾਪਿਆਂ ਦੀ ਤਾਂ ਸਧਰਾਂ ਉਜੜ ਗਈਆਂ, ਜਹਾਨ ਲੁੱਟਿਆ ਗਿਆ। ਉਹ ਦੱਸਿਆ ਕਿ ਉਸਨੇ ਸੁਸਾਈਡ ਕਰ ਲਿਆ, ਆਤਮ ਹੱਤਿਆ ਕਰ ਲਈ ਹੈ। ਹੁਣ ਹਰਮਿੰਦਰ ਦੀ ਆਤਮ ਹੱਤਿਆ ਦਾ ਕਾਰਨ ਕੀ ਆ ਹਾਲੇ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ, ਪਰ ਉਸਦੇ ਦੋਸਤਾਂ ਨੇ ਦੱਸਿਆ ਕਿ ਸ਼ਾਇਦ ਕਿਸੇ ਆਰਥਿਕ ਤੰਗੀ ਜਾਂ ਪਰੇਸ਼ਾਨੀ ਦੇ ਕਾਰਨ ਉਸਨੇ ਇਹ ਕਦਮ ਚੁੱਕਿਆ ਹੋਣਾ। ਪਰ ਹਾਲੇ ਇਹਦੀਆਂ ਪਰਤਾਂ ਖੁੱਲ੍ਹਣਗੀਆਂ, ਇਹਦੀ ਤਫਤੀਸ਼ ਹੋਏਗੀ ਕਿ ਹਰਮਿੰਦਰ ਨੂੰ ਆਖਰਕਾਰ ਏਡਾ ਵੱਡਾ ਜਿਸ ਨੇ ਜ਼ਿੰਦਗੀ ਤਬਾਹ ਕਰ ਦਿੱਤੀ, ਜ਼ਿੰਦਗੀ ਖਤਮ ਕਰ ਦਿੱਤੀ, ਸਟੈਪ ਚੁੱਕਣਾ ਕਿਉਂ ਪਿਆ। ਇਹ ਹੋਰ ਜਿਹੜੇ ਬੱਚੇ ਇੱਥੇ ਪੜ੍ਹਨ ਵਾਸਤੇ ਆਏ ਹੋਏ ਉਹਨਾਂ ਨੂੰ ਅਪੀਲ ਹੈ ਕਿ ਔਖੇ ਸੌਖੇ ਦਿਨ ਜ਼ਿੰਦਗੀ ਦੇ ਵਿੱਚ ਹਰ ਇੱਕ ਇਨਸਾਨ ਤੇ ਆਉਂਦੇ ਆ, ਪਰ ਆਹ ਖੁਦਕੁਸ਼ੀ ਕਰਨ ਵਾਲਾ, ਸੁਸਾਈਡ ਕਰਨ ਵਾਲਾ, ਆਤਮ ਹੱਤਿਆ ਕਰਨ ਵਾਲਾ ਸਟੈਪ ਕਦੇ ਵੀ ਕਿਸੇ ਵੀ ਵਿਅਕਤੀ ਨੂੰ ਨਹੀਂ ਲੈਣਾ ਚਾਹੀਦਾ, ਕਿਉਂਕਿ ਕਿਸੇ ਸਮੱਸਿਆ ਦਾ ਹੱਲ ਨਹੀਂ। ਹਰਮਿੰਦਰ ਦੇ ਮਾਪਿਆਂ ਨੂੰ, ਰਿਸ਼ਤੇਦਾਰਾਂ ਨੂੰ ਤੇ ਦੋਸਤਾਂ ਨੂੰ ਪੁੱਛ ਕੇ ਦੇਖੋ, ਹਰਮਿੰਦਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਹ ਬਹੁਤ ਸਾਰੇ ਰਾਜ ਦਫਨ ਕਰਕੇ ਨਾਲ ਲੈ ਗਏ ਆ, ਪਰ ਕੀ ਉਹ ਮਸਲੇ ਜਾਂ ਮਸਲਿਆਂ ਦਾ ਹੱਲ ਹੋ ਗਿਆ? ਉਹ ਤਾਂ ਸਗੋਂ ਵੱਡੀਆਂ ਚੁਣੌਤੀਆਂ ਪੇਸ਼ ਕਰ ਗਿਆ। ਹੋ ਸਕਦਾ ਹਰਮਿੰਦਰ ਦੇ ਮਾਪਿਆਂ ਨੇ ਬਹੁਤ ਸਾਰਾ ਕਰਜ਼ ਚੁੱਕ ਕੇ ਜਾਂ ਸੁਖਾਲੇ ਵੀ ਹੋਣ, ਭਾਵੇਂ ਕਰਜ਼ ਨਾ ਵੀ ਚੁੱਕਿਆ ਹੋਵੇ, ਸੁਪਨੇ ਕਿੱਡੇ ਕਿੱਡੇ ਲਏ ਹੋਣਗੇ, ਪਰ ਉਹ ਸੁਪਨੇ ਸਾਰੇ ਦੇ ਸਾਰੇ ਤਬਾਹ ਹੋ ਗਏ। ਇਸ ਕਰਕੇ ਜਦੋਂ ਵੀ ਕੋਈ ਸਮੱਸਿਆ ਤੁਹਾਨੂੰ ਘੇਰਦੀ ਹੈ, ਆਪਣੇ ਦੋਸਤਾਂ ਨਾਲ, ਮਿੱਤਰਾਂ ਨਾਲ, ਪਰਿਵਾਰਕ ਮੈਂਬਰਾਂ ਨਾਲ ਗੱਲ ਤੇ ਕਰੋ। ਹਰ ਮਸਲੇ ਦਾ ਹੱਲ ਗੱਲ ਹੈ। ਪਰ ਹੁਣ ਹਰਮਿੰਦਰ ਇਸ ਦੁਨੀਆ ਤੇ ਨਹੀਂ ਰਿਹਾ। ਹੁਣ ਮਾਪੇ ਅਪੀਲ ਕਰ ਰਹੇ ਨੇ ਕਿ ਅਸੀਂ ਆਪਣੇ ਪੁੱਤਰ ਦੀ ਲਾਸ਼ ਭਾਰਤ ਪੰਜਾਬ ਦੇ ਵਿੱਚ ਲਿਆਉਣੀ ਚਾਹੁੰਦੇ ਹਾਂ। ਇਹਦੇ ਉੱਤੇ ਹੁਣ ਕਾਰਵਾਈ ਚੱਲ ਰਹੀ ਹੈ। ਹਾਲੇ ਇਹ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਨਾਲ ਹੀ ਇੱਕ ਹੋਰ ਖਬਰ ਆ ਗਈ। ਇਹ ਖਬਰ ਐਡਮਿੰਟਨ ਤੋਂ ਆਈ ਹੈ, ਅਲਬਰਟਾ ਸੂਬੇ ਤੋਂ ਹੀ ਹੈ। ਅਲਬਰਟਾ ਸੂਬੇ ਦੇ ਵਿੱਚ ਹੀ ਬੀਤੇ ਦਿਨੀ ਇੱਕ ਗੁਰਸਿੱਖ ਨੌਜਵਾਨ ਜਿਸ ਦੀ ਹਾਲੇ ਤੱਕ ਲਾਸ਼ ਨਹੀਂ ਮਿਲੀ, ਉਹਦੇ ਤੋਂ ਪਹਿਲਾਂ ਇੱਕ ਮਨਪ੍ਰੀਤ ਸਿੰਘ ਜਿਹੜਾ ਕਲਟਸ ਲੇਕ ਦੇ ਵਿੱਚ ਡੁੱਬ ਕੇ ਮਰਿਆ, ਹਾਲੇ ਤੇ ਉਹ ਖਬਰਾਂ ਤੋਂ ਸਾਨੂੰ ਸਾਹ ਲੈਣਾ ਨਹੀਂ ਸੀ ਮਿਲਿਆ। ਆਹ ਦੋ ਖਬਰਾਂ ਹੋਰ ਪੰਜਾਬੀ ਨੌਜਵਾਨਾਂ ਦੀਆਂ ਆਈਆਂ ਨੇ ਜਿਸ ਦੇ ਨਾਲ ਭਾਈਚਾਰਾ ਫਿਰ ਸੋਗ ਵਿੱਚ ਹੈ। ਇਹ ਮੁੰਡਾ ਸੀ ਕੁਰੜ ਵਾਲਾ ਗੁਰਿੰਦਰ ਸਰਾਂ, ਜਿਹੜਾ ਗੀਤ ਲਿਖਦਾ ਸੀ। ਕੁਰੜ ਵਾਲੇ ਦੇ ਗੀਤ ਕੁਲਵਿੰਦਰ ਬਿੱਲਾ ਨੇ ਵੀ ਗਾਇਆ, ਗੁੱਤਨਾਰ ਦੀ ਚੰਗਾ ਪ੍ਰਚਲਿਤ ਹੋਇਆ ਸੀ। ਸਿੱਪੀ ਗਿੱਲ ਨੇ ਸਰਦਾਰ ਗਾਇਆ, ਰੈੱਡ ਲੀਫ ਗਾਇਆ, ਚੰਗੇ ਪ੍ਰਚਲਿਤ ਹੋਏ ਸੀ। ਉਮੀਦ ਸੀ ਕਿ ਇਸ ਕਲਮ ਦੇ ਵਿੱਚੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗੀਤ ਵੀ ਉਪਜੇ ਜਾਣਗੇ, ਸਿਰਜੇ ਜਾਣਗੇ ਤੇ ਲੋਕਾਂ ਨੂੰ, ਪੰਜਾਬੀਆਂ ਨੂੰ ਸੁਣਨ ਨੂੰ ਮਿਲਣਗੇ। ਅਸਲ ਦੇ ਵਿੱਚ ਇਹ ਨੌਜਵਾਨ ਜਿਸ ਦੀ ਉਮਰ ਸਿਰਫ 30 ਵਰ੍ਹੇ ਸੀ, ਇਹਦੀ ਪਤਨੀ ਕੈਨੇਡਾ ਦੇ ਵਿੱਚ ਸਟੱਡੀ ਕਰ ਰਹੀ ਸੀ, ਸਟੱਡੀ ਪਰਮਿਟ ਤੇ ਸੀ, ਸਟੂਡੈਂਟ ਸੀ। ਉਹਦੇ ਕੋਲ ਇਹ ਆਇਆ ਹੋਇਆ ਸੀ ਤੇ ਇਹ ਵੀ ਇਕਲੌਤਾ ਪੁੱਤਰ ਸੀ ਆਪਣੇ ਮਾਪਿਆਂ ਦਾ, ਇਕਲੌਤੀ ਸੰਤਾਨ ਸੀ। ਇਕਲੌਤਾ ਪੁੱਤਰ ਜਦੋਂ ਜਹਾਨ ਤੋਂ ਤੁਰ ਜਾਵੇ, ਮਾਪਿਆਂ ਦੇ ਪੱਲੇ ਰਿਹਾ ਕੀ ਹੋਣਾ। ਅਸਲ ਦੇ ਵਿੱਚ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀ ਇਸ ਨੌਜਵਾਨ ਨੂੰ, ਇਸ ਗੀਤਕਾਰ ਨੂੰ ਦਿਲ ਦਾ ਦੌਰਾ ਪਿਆ। ਹਸਪਤਾਲ ਵਿੱਚ ਭਰਤੀ ਵੀ ਕਰਵਾਇਆ ਗਿਆ, ਪਰ ਇਹ ਦਿਲ ਦਾ ਦੌਰਾ ਜਾਨਲੇਵਾ ਸਾਬਤ ਹੋਇਆ। ਹੁਣ ਇਹ ਦੋਵੇਂ ਨੌਜਵਾਨਾਂ ਦੀ ਮੌਤ, ਆਮ ਤੌਰ ਤੇ ਆਪਾਂ ਕਹਿੰਦੇ ਹਾਂ ਕਿ ਨਹੀਂ ਮੈਂ ਤਾਂ ਜਵਾਨ ਆ, ਮੈਨੂੰ ਕੀ ਹੋਣਾ, ਨਾ ਮੈਨੂੰ ਕਰੋਨਾ ਚੋਂ ਮਰ ਸਕਦਾ, ਨਾ ਮੈਨੂੰ ਦਿਲ ਦਾ ਦੌਰਾ ਪੈ ਸਕਦਾ। ਮੌਤ ਨੇ ਕਦੀ ਉਮਰ ਨਹੀਂ ਵੇਖਣੀ। ਮੰਨਦੇ ਆ ਕਿ ਹਰਮਿੰਦਰ ਨੇ ਤਾਂ ਖੁਦਕੁਸ਼ੀ ਕੀਤੀ ਹੈ, ਤੇ ਇਸ ਗੀਤਕਾਰ ਜਿਹੜਾ ਹਰਵਿੰਦਰ ਸਰਾਂ ਸੀ, ਗੁਰਿੰਦਰ ਸਰਾਂ ਨੇ ਖੁਦਕੁਸ਼ੀ ਨਹੀਂ ਕੀਤੀ, ਸਗੋਂ ਇਸ ਨੂੰ ਪਿਆ ਦਿਲ ਦਾ ਦੌਰਾ, ਜਾਨਲੇਵਾ ਸਾਬਤ ਹੋਇਆ। ਅਸੀਂ ਇਹਨਾਂ ਦੋਵੇਂ ਪਰਿਵਾਰਾਂ ਦੇ ਨਾਲ ਡੂੰਘੇ ਦੁੱਖ ਦਾ ਤੇ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, 111 ਮੌਤਾਂ ਹੋ ਗਈਆਂ ਪੰਜਾਬ ਦੇ ਵਿੱਚ, ਅੰਮ੍ਰਿਤਸਰ ਦਿਹਾਤੀ ਦੇ ਵਿੱਚ, ਬਟਾਲੇ ਵਿੱਚ, ਤਰਨਤਾਰਨ ਦੇ ਵਿੱਚ,
11 ਮੌਤਾਂ ਤੋਂ ਸਿਲਸਿਲਾ ਸ਼ੁਰੂ ਹੋਇਆ, ਹੌਲੀ ਹੌਲੀ ਅੰਕੜਾ ਲਗਾਤਾਰ ਵਧਦਾ ਜਾ ਰਿਹਾ। ਮੈਂ ਕੱਲ ਪ੍ਰੋਗਰਾਮ ਦੌਰਾਨ ਜ਼ਿਕਰ ਕੀਤਾ ਜਦੋਂ 86 ਕੁ ਮੌਤਾਂ ਦਾ ਅੰਕੜਾ ਸੀ ਕਿ ਰੱਬ ਕਰੇ ਇੱਥੇ ਹੀ ਮੌਤਾਂ ਦੀ ਗਿਣਤੀ ਖੜ ਜਾਵੇ। ਹਾਲੇ ਵੀ ਮੌਤਾਂ ਦੀ ਗਿਣਤੀ ਵੱਧ ਰਹੀ ਹੈ, ਰੁਕਣ ਦਾ ਨਾਮ ਨਹੀਂ ਲੈ ਰਹੀ। ਹਾਲਾਂਕਿ ਇੱਕ ਜਾਂਚ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਕਿ ਜਿਹੜੇ ਦੋਸ਼ੀ ਨੇ ਬਖਸ਼ੇ ਨਹੀਂ ਜਾਣਗੇ, ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਪਰ ਜਿਹੜੀਆਂ ਜਾਨਾਂ ਜਾ ਚੁੱਕੀਆਂ ਵਾਪਸ ਨਹੀਂ ਲਿਆਂਦੀਆਂ ਜਾ ਸਕਦੀਆਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਤੁਸੀਂ ਇਹਨੂੰ ਹਲਕੇ ਵਿੱਚ ਲੈ ਰਹੇ ਹੋ, ਇਹਦੀ ਘੱਟੋ ਘੱਟ CBI ਤੋਂ ਜਾਂਚ ਹੋਣੀ ਚਾਹੀਦੀ ਹੈ। ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਜਵਾਬ ਹੈ ਉਹ ਆਪਣੇ ਆਪ ਦੇ ਵਿੱਚ ਤੁਸੀਂ ਸੁਣਿਓ, ਫੈਸਲਾ ਤੁਸੀਂ ਕਰਨਾ ਕਿ ਜਵਾਬ ਸਹੀ ਹੈ ਜਾਂ ਗਲਤ ਹੈ। ਕੀ ਕੇਜਰੀਵਾਲ ਨੇ ਗਲਤ ਆਖਿਆ ਜਾਂ ਸਹੀ ਆਖਿਆ, ਮੈਨੂੰ ਤੁਹਾਡੇ ਕਮੈਂਟਸ ਦੀ ਉਡੀਕ ਰਹੇਗੀ। ਹੁਣ ਕੇਜਰੀਵਾਲ ਸਾਹਿਬ ਕਹਿੰਦੇ ਜਿਹੜਾ ਦੋਸ਼ੀ ਆ ਬਖਸ਼ਿਆ ਨਾ ਜਾਵੇ, CBI ਤੋਂ ਜਾਂਚ ਹੋਵੇ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆਪਣਾ ਕੰਮ ਕਰੋ, ਪੰਜਾਬ 'ਚ ਲੱਤਾਂ ਫਸਾਉਣ ਦੀ ਲੋੜ ਨਹੀਂ। ਕਹਿੰਦੇ ਤੁਹਾਡੀ ਪਾਰਟੀ ਤਾਂ ਮਰੀ ਪਈ ਆ ਪੰਜਾਬ 'ਚ, ਤੁਸੀਂ ਉਹਨੂੰ ਸੁਰਜੀਤ ਕਰਨਾ ਚਾਹੁੰਦੇ ਹੋ। ਪਰ ਕੀ ਮਾੜਾ ਆਖ ਦਿੱਤਾ ਕੇਜਰੀਵਾਲ ਨੇ? ਕੀ ਇਹ ਗੱਲ ਮਾੜੀ ਹੈ ਕਿ ਜਾਂਚ ਨਹੀਂ ਹੋਣੀ ਚਾਹੀਦੀ? ਕਿ ਇਹ ਗੱਲ ਮਾੜੀ ਹੈ ਸਖਤ ਸਜ਼ਾਵਾਂ ਨਹੀਂ ਹੋਣੀਆਂ ਚਾਹੀਦੀਆਂ? ਕਿ ਇਹ ਗੱਲ ਮਾੜੀ ਹੈ ਕਿ CBI ਤੋਂ ਜਾਂਚ ਨਹੀਂ ਕਰਵਾਉਣੀ ਚਾਹੀਦੀ? ਖੈਰ, ਫੈਸਲਾ ਤੁਸੀਂ ਕਰਨਾ ਹੈ ਕਿ ਕੇਜਰੀਵਾਲ ਸਾਹਿਬ ਦਾ ਇਹ ਆਖਿਆ ਕੈਪਟਨ ਅਮਰਿੰਦਰ ਸਿੰਘ ਨੂੰ ਚੁਭਿਆ ਤੇ ਚੁਭਿਆ ਕਿਉਂ ਹੈ। ਉਹਨਾਂ ਦੇ ਟਵੀਟ ਨੂੰ ਰੀਟਵੀਟ ਕਰਕੇ ਕਹਿੰਦੇ ਨਹੀਂ ਤੁਸੀਂ ਚੁੱਪ ਕਰੋ, ਤੁਹਾਨੂੰ ਪੰਜਾਬ ਦੀ ਕਿਸੇ ਗੱਲ ਦੇ ਉੱਤੇ ਗੱਲ ਕਰਨ ਦਾ ਹੱਕ ਨਹੀਂ। ਹੁਣ ਜਿਹੜੀਆਂ ਇਹ ਮੌਤਾਂ ਹੋਈਆਂ ਨੇ, 111 ਮੌਤਾਂ ਹੋ ਗਈਆਂ। ਬਹੁਤ ਸਾਰੇ ਲੋਕ ਹਾਲੇ ਵੀ ਹਸਪਤਾਲਾਂ ਵਿੱਚ ਨੇ, ਕਈਆਂ ਦੀ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ। ਸੁਖਦੇਵ ਸਿੰਘ ਢੀਂਡਸਾ ਨੇ, ਭਗਵੰਤ ਮਾਨ ਨੇ, ਸੁਖਬੀਰ ਬਾਦਲ ਨੇ ਤੇ ਹੋਰਨਾਂ ਲੀਡਰਾਂ ਨੇ ਵੀ ਜਿੱਥੇ ਚਿੰਤਾ ਦਾ ਪ੍ਰਗਟਾਵਾ ਕੀਤਾ ਉੱਥੇ ਇਹੀ ਕਿਹਾ ਕਾਰਵਾਈ ਠੋਕ ਵਜਾ ਕੇ ਹੋਣੀ ਚਾਹੀਦੀ ਹੈ। ਜਾਂਚ ਦਾ ਜਿੰਮਾ ਵੀ ਦਿੱਤਾ ਗਿਆ, ਜਾਂਚ ਚੱਲ ਵੀ ਰਹੀ ਹੈ, ਇੱਕ ਕਮਿਸ਼ਨ ਵੀ ਬਣਾ ਦਿੱਤਾ ਗਿਆ, ਇੱਕ ਕਮੇਟੀ ਵੀ ਗਠਿਤ ਕਰ ਦਿੱਤੀ ਗਈ ਹੈ। ਪਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਜਿਸ ਤਰ੍ਹਾਂ ਕਿਹਾ ਸੀ ਕਿ ਸੀਮਾਬੱਧ ਜਾਂਚ ਹੋਣੀ ਚਾਹੀਦੀ ਹੈ, ਇਹ ਨਹੀਂ ਕਿ 1984 ਵਾਲਿਆਂ ਦਾ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਬਹੁਤ ਸਾਰੀਆਂ ਬੇਅਦਬੀ ਕਾਂਡ ਦਾ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿਤੇ ਇੰਝ ਹੀ ਨਾ ਹੋਵੇ। ਹੁਣ ਜਿਹੜੀਆਂ ਮੌਤਾਂ ਦਾ ਕਹਿਰ ਲਗਾਤਾਰ ਹੈ, ਤਰਨਤਾਰਨ ਦੇ ਵਿੱਚ ਹੁਣ ਤੱਕ 88 ਮੌਤਾਂ ਹੋ ਚੁੱਕੀਆਂ ਨੇ। ਅੰਮ੍ਰਿਤਸਰ ਦਿਹਾਤੀ ਦੇ ਵਿੱਚ ਇਸ ਵੇਲੇ ਤੱਕ 12 ਮੌਤਾਂ ਹੋ ਚੁੱਕੀਆਂ ਨੇ। ਬਟਾਲਾ ਦੇ ਵਿੱਚ 11 ਮੌਤਾਂ ਹੋ ਚੁੱਕੀਆਂ ਨੇ। ਤੇ ਇਹਦੇ ਨਾਲ ਇੱਕੋ ਹੀ ਪਰਿਵਾਰ ਦੇ ਪਿਓ ਪੁੱਤ ਮਰ ਚੁੱਕੇ ਨੇ। ਇੱਕ ਵਿਅਕਤੀ 35 ਵਰਿਆਂ ਦਾ। ਹੁਣ ਪਰਿਵਾਰ ਦੇਖੋ ਕਿਵੇਂ ਉਜੜਦਾ। ਸ਼ਰਾਬ ਪੀ ਕੇ ਰਾਤ ਨੂੰ ਸੁੱਤਾ, ਸਵੇਰੇ ਜਦੋਂ ਉੱਠਿਆ ਨਹੀਂ, 35 ਵਰਿਆਂ ਦਾ ਸੀ। ਹੁਣ ਉਹਦੀ ਘਰ ਵਾਲੀ ਨੇ ਦੇਖਿਆ, ਉਠਾਇਆ, ਉਹਨੇ ਵੇਖਿਆ ਕਿ ਸੁੱਤੇ ਸੀ, ਚੰਗੇ ਭਲੇ ਉੱਠੇ ਨਹੀਂ, ਗਸ਼ ਖਾ ਕੇ ਡਿੱਗ ਪਏ। 32 ਵਰਿਆਂ ਦੀ ਸੀ ਮੌਤ, ਉਹਦੀ ਵੀ ਥਾਂ ਤੇ ਹੋ ਗਈ। ਹੁਣ ਉਹਨਾਂ ਦੇ ਇੱਕ 13 ਵਰਿਆਂ ਦਾ ਬੱਚਾ, 11 ਵਰਿਆਂ ਦਾ ਬੱਚਾ, 9 ਵਰਿਆਂ ਦਾ ਬੱਚਾ ਤੇ 6 ਵਰਿਆਂ ਦਾ ਬੱਚਾ। ਕੌਣ ਪਾਲੂਗਾ? ਪਰਿਵਾਰ ਉਜੜ ਗਿਆ। ਇਸੇ ਤਰ੍ਹਾਂ ਇੱਕ ਰਿਕਸ਼ਾ ਚਾਲਕ ਸੀ, ਰਿਕਸ਼ਾ ਚਾਲਕ ਵੀ ਇਸੇ ਤਰ੍ਹਾਂ ਆ ਕੇ ਜਦੋਂ ਘਰੇ ਪਿਆ ਤੇ ਉਸ ਦੇ ਪ੍ਰਾਣ ਪੰਖੇ ਨੂੰ ਉੜੇ ਨੇ। ਇਹ ਇੱਕ ਨਹੀਂ, ਕਈਆਂ ਥਾਵਾਂ ਦੇ ਉੱਤੋਂ ਇਸ ਤਰ੍ਹਾਂ ਦੀ ਖਬਰ ਹੈ। ਜਿਹੜਾ ਪਿੰਡ ਸੰਘੇ ਦਾ ਰਿਕਸ਼ਾ ਚਾਲਕ ਸੀ, ਹੁਣ ਉਹਦੇ ਬਜ਼ੁਰਗ ਮਾਂ-ਬਾਪ ਨੇ, ਘਰ ਦੇ ਵਿੱਚ 3 ਧੀਆਂ ਨੇ, ਇੱਕ ਪੁੱਤ ਹੈ। ਪਰਿਵਾਰ ਦਾ ਜਿੰਮਾ ਸਾਰੇ ਦਾ ਸਾਰਾ ਇਸ ਰਿਕਸ਼ਾ ਚਾਲਕ ਤੇ ਸੀ। ਹੁਣ ਜਿੰਨੀ ਕੁ ਹੁਣ ਤੱਕ ਜਾਂਚ ਹੋਈ ਹੈ ਕਿ ਇਹ ਸ਼ਰਾਬ ਪੀਣ ਸਾਰੇ ਇੰਨੇ ਲੋਕਾਂ ਦੀ ਮੌਤ ਕਿਵੇਂ ਹੋਈ ਹੈ। ਇੱਕ ਇਹਦੇ ਵਿੱਚੋਂ ਪ੍ਰੋਡਕਟ ਮਿਲਿਆ ਤੇ ਉਸ ਪ੍ਰੋਡਕਟ ਨੂੰ ਕਹਿੰਦੇ ਡੀਨੇਚਰਡ ਸਪਿਰਿਟ। ਅਸਲ ਦੇ ਵਿੱਚ ਜਿਹੜਾ ਇਹ ਸਪਿਰਿਟ ਹੈ, ਇਹ ਪੇਂਟ ਦੇ ਵਿੱਚ ਤੇ ਹਾਰਡਵੇਅਰ ਉਦਯੋਗ ਦੇ ਵਿੱਚ ਵਰਤਿਆ ਜਾਂਦਾ। ਤੁਸੀਂ ਦੇਖੋ ਕਿ ਜਿਹੜੇ ਲੋਕਾਂ ਨੇ ਇਹ ਸ਼ਰਾਬ ਵੇਚੀ ਤੇ ਬਣਾਈ, ਉਹਨਾਂ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਕੋਈ ਲੈਣ ਦੇਣ ਨਹੀਂ। ਉਹਨਾਂ ਨੇ ਡੀਨੇਚਰਡ ਸਪਿਰਿਟ ਇਸ ਸ਼ਰਾਬ ਦੇ ਵਿੱਚ ਪਾਇਆ ਹੋਇਆ ਸੀ। ਹੁਣ ਪੇਂਟ ਦੇ ਵਿੱਚ ਪੈਣ ਵਾਲਾ ਪਦਾਰਥ ਬੰਦਾ ਪੀ ਲਵੇ ਤੇ ਬਚੂਗਾ, ਹਾਰਡਵੇਅਰ ਉਦਯੋਗ ਵਿੱਚ ਵਰਤਿਆ ਜਾਣ ਵਾਲਾ ਸਪਿਰਿਟ ਸ਼ਰਾਬ ਵਿੱਚ ਪਾ ਕੇ ਬਚੂਗਾ। ਹਾਲਾਂਕਿ ਫੋਰੈਂਸਿਕ ਜਾਂਚ ਵਾਸਤੇ ਸਭ ਕੁਝ ਭੇਜਿਆ ਹੈ, ਆਉਣ ਵਾਲੇ ਦਿਨਾਂ ਵਿੱਚ ਇਹਦੇ ਹੋਰ ਖੁਲਾਸੇ ਹੋ ਸਕਦੇ ਆ। ਪਰ ਪੰਜਾਬ ਦੇ ਵਿੱਚ ਇੰਨੀਆਂ ਮੌਤਾਂ ਕੁਝ ਦਿਨਾਂ ਦੇ ਵਿੱਚ ਹੋਣੀਆਂ ਆਪਣੇ ਆਪ ਦੇ ਵਿੱਚ ਚਿੰਤਾ ਦੀ ਸਥਿਤੀ ਹੈ। ਹੁਣ ਤੁਹਾਨੂੰ ਦੱਸ ਦਿੰਦਾ, ਬੀਤੇ ਕੁਝ ਕੁ ਮਹੀਨੇ ਪਹਿਲਾਂ ਖੰਨੇ ਦੇ ਵਿੱਚ ਨਜਾਇਜ਼ ਸ਼ਰਾਬ ਦੀ ਫੈਕਟਰੀ ਫੜੀ ਗਈ, ਲੁਧਿਆਣੇ ਦੇ ਵਿੱਚ ਨਜਾਇਜ਼ ਸ਼ਰਾਬ ਦੀ ਫੈਕਟਰੀ ਫੜੀ ਗਈ, ਰਾਜਪੁਰੇ ਦੇ ਵਿੱਚ ਬੀਤੇ ਦਿਨ ਨਜਾਇਜ਼ ਸ਼ਰਾਬ ਦੀ ਫੈਕਟਰੀ ਫੜੀ ਗਈ। ਜੇ ਸਰਕਾਰ ਕੇਜਰੀਵਾਲ ਨੂੰ ਕਹਿੰਦੀ ਹੈ ਕਿ ਚੁੱਪ ਕਰੋ, ਤੁਹਾਨੂੰ ਕੋਈ ਹੱਕ ਨਹੀਂ, ਤੇ ਸਰਕਾਰ ਇਹ ਵੀ ਦੱਸ ਦੇਵੇ ਕਿ ਜਿਹੜੀ ਖੰਨੇ ਵਿੱਚ ਨਜਾਇਜ਼ ਫੈਕਟਰੀ ਫੜੀ ਸੀ, ਰਾਜਪੁਰੇ 'ਚ ਫੜੀ ਸੀ, ਲੁਧਿਆਣੇ ਵਿੱਚ ਫੜੀ ਸੀ, ਵੀ ਤੁਰੰਤ ਕਾਰਵਾਈ ਕਰ ਦਿੱਤੀ ਹੈ। ਕੀ ਕੀਤਾ ਹੈ? ਲੋਕ ਜਵਾਬ ਚਾਹੁੰਦੇ ਨੇ। ਜੇ ਹੁਣ ਜਵਾਬ ਨਹੀਂ ਦੇਣਾ ਤੇ 1.25 ਸਾਲ 1.5 ਸਾਲ ਬਾਅਦ ਲੋਕਾਂ ਨੇ ਜਵਾਬ ਮੰਗਣਾ। ਪੰਚਾਇਤੀ ਚੋਣਾਂ ਨਹੀਂ ਹੈਗੀਆਂ, ਤੁਹਾਡੀਆਂ ਚੋਣਾਂ ਆਉਣ ਵਾਲੀਆਂ ਨੇ। ਕਿ ਲੋ ਪੰਚਾਇਤੀ ਚੋਣਾਂ 'ਚ ਤਾਂ ਧੱਕਾ ਕਰ ਲਿਆ ਸੀ, ਮਰਜ਼ੀ ਦੇ ਸਰਪੰਚ ਜਿਤਾ ਲਏ, ਹੁਣ ਤੁਹਾਡੀ ਸ਼ਾਖ ਦਾ ਤੇ ਲੱਗਣੀ ਹੈ।
ਲੋਕਾਂ ਨੇ 2022 ਦੇ ਵਿੱਚ ਆਪਣਾ ਨੁਮਾਇੰਦਾ ਤੇ ਨੁਮਾਇੰਦੇ ਚੁਣ ਭੇਜਣੇ ਆ। ਸਮਾਂ ਹਾਲੇ ਵੀ ਸਮਝਣ ਦੀ ਜ਼ਰੂਰਤ ਹੈ। ਅਗਲੀ ਖਬਰ, ਵਿਦੇਸ਼ਾਂ ਤੋਂ ਬਹੁਤ ਸਾਰੇ ਲੋਕ ਨੇ ਜਿਹੜੇ ਭਾਰਤ ਕਿਸੇ ਮਜਬੂਰੀ ਕਾਰਨ ਪਰਤ ਰਹੇ ਨੇ ਜਾਂ ਵਿਦੇਸ਼ਾਂ ਦੇ ਵਿੱਚ ਗਏ ਹੋਏ ਸੀ, ਉਹ ਵਾਪਸ ਪਰਤ ਰਹੇ ਨੇ। ਹੁਣ ਤੱਕ ਮਈ ਮਹੀਨੇ ਤੋਂ ਬਾਅਦ 9,14,451 ਲੋਕ ਨੇ ਜਿਹੜੇ ਭਾਰਤ ਪਰਤੇ ਆ। ਪਹਿਲਾਂ ਭਾਰਤ ਸਰਕਾਰ ਦੀਆਂ ਗਾਈਡਲਾਈਨ ਦਿਸ਼ਾ ਨਿਰਦੇਸ਼ ਇਹ ਸੀ ਕਿ 14 ਦਿਨ ਤੁਹਾਨੂੰ ਕੁਆਰੰਟੀਨ ਕਰਨਾ ਪਏਗਾ। ਉਹਦੇ ਤੋਂ ਬਾਅਦ ਤਬਦੀਲੀ ਕੀਤੀ ਕਿ ਤੁਹਾਨੂੰ 7 ਦਿਨ ਕਿਸੇ ਸੰਸਥਾਗਤ ਥਾਂ ਦੇ ਉੱਤੇ ਤੇ 7 ਦਿਨ ਆਪਣੇ ਘਰ ਦੇ ਵਿੱਚ ਕੁਆਰੰਟੀਨ ਕਰ ਸਕਦੇ ਹੋ। ਪਰ ਆ ਨਵੇਂ ਦਿਸ਼ਾ ਨਿਰਦੇਸ਼ ਜਾਰੀ ਇਸ ਕਰਕੇ ਕੀਤੀ ਹੈ ਕਿ ਏਅਰਪੋਰਟਸ ਦੇ ਉੱਤੇ ਲੰਬੀਆਂ ਲਾਈਨਾਂ ਕਈ ਘੰਟੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਸਰਕਾਰ ਨੇ ਨਵੀਂ ਗਾਈਡਲਾਈਨ ਦਿੱਤੀ ਹੈ ਕਿ 8 ਅਗਸਤ ਤੋਂ ਇਹ ਲਾਗੂ ਹੋ ਜਾਏਗੀ। ਇਹਦੇ ਵਿੱਚ ਜੇਕਰ ਤੁਸੀਂ 96 ਘੰਟੇ ਪਹਿਲਾਂ ਆਪਣਾ ਕਰੋਨਾ ਟੈਸਟ ਜਿਹੜੇ ਮੁਲਕ ਵਿੱਚੋਂ ਜਾ ਰਹੇ ਹੋ ਉਸ ਦੀ ਰਿਪੋਰਟ ਨਾਲ ਲੈ ਕੇ ਜਾਓਗੇ ਤੇ ਨੈਗੇਟਿਵ ਰਿਪੋਰਟ ਦਿਓਗੇ ਤਾਂ ਤੁਹਾਨੂੰ ਕੁਆਰੰਟੀਨ ਤੋਂ ਛੋਟ ਮਿਲੇਗੀ। ਇਹਦੇ ਨਾਲ ਜੇਕਰ ਤੁਸੀਂ 72 ਘੰਟੇ ਪਹਿਲਾਂ ਸਫ਼ਰ ਕਰਨ ਤੋਂ ਇੱਕ ਆਨਲਾਈਨ ਪੋਰਟਲ ਦੇ ਉੱਤੇ ਆਪਣੇ ਆਪ ਨੂੰ ਰਜਿਸਟਰਡ ਕਰੋਗੇ ਕਿ ਮੈਨੂੰ ਕੁਆਰੰਟੀਨ ਤੋਂ ਛੋਟ ਕਿਉਂ ਦਿੱਤੀ ਜਾਵੇ, ਉਹਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਵੀਜ਼ਨ ਹੋਏਗਾ। ਪਰ ਤੁਹਾਨੂੰ 72 ਘੰਟੇ ਪਹਿਲਾਂ ਉਸ ਆਨਲਾਈਨ ਪੋਰਟਲ ਦੇ ਉੱਤੇ ਆਪਣੇ ਆਪ ਨੂੰ ਰਜਿਸਟਰਡ ਕਰਨਾ ਪਏਗਾ। ਪਰ ਜਿਹੜੇ ਵਿਅਕਤੀ ਨੂੰ ਛੋਟ ਦਿੱਤੀ ਜਾਏਗੀ, ਕੁਆਰੰਟੀਨ ਕਰਨਾ ਨਹੀਂ ਪਏਗਾ, ਉਹਨਾਂ ਵਿੱਚ ਜਿਹੜੀਆਂ ਗਰਭਵਤੀ ਔਰਤਾਂ ਨੇ, ਪ੍ਰੈਗਨੈਂਟ ਔਰਤਾਂ ਨੇ, 10 ਸਾਲ ਜਾਂ 10 ਸਾਲ ਤੋਂ ਛੋਟੇ ਬੱਚੇ ਤੇ ਉਹਨਾਂ ਦੇ ਮਾਪਿਆਂ ਨੂੰ, ਜਾਂ ਫਿਰ ਤੁਹਾਡੇ ਘਰ ਵਿੱਚ ਕਿਸੇ ਪਰਿਵਾਰਕ ਜੀ ਦੀ ਮੌਤ ਹੋ ਗਈ ਹੈ ਜਾਂ ਤੁਸੀਂ ਗੰਭੀਰ ਬਿਮਾਰੀ ਦੀ ਹਾਲਤ ਵਿੱਚੋਂ, ਤੁਹਾਨੂੰ ਛੋਟ ਦਿੱਤੀ ਜਾਏਗੀ, ਤੁਹਾਨੂੰ ਕੁਆਰੰਟੀਨ ਨਹੀਂ ਕਰਨਾ ਪਏਗਾ। ਪਰ ਜਿਹੜੇ 7 ਦਿਨ ਕੁਆਰੰਟੀਨ ਕਰਨਾ ਪਏਗਾ ਉਹ ਤਾਂ ਕਿ ਜੇਕਰ ਤੁਸੀਂ ਸੰਸਥਾਗਤ ਕਿਸੇ ਥਾਂ ਦੇ ਉੱਤੇ ਕੁਆਰੰਟੀਨ ਨਹੀਂ ਕਰਨਾ ਚਾਹੁੰਦੇ, ਆਪਣੇ ਘਰ ਵਿੱਚ ਕਰਨਾ ਚਾਹੁੰਦੇ ਹੋ, ਉਹਦੇ ਤੋਂ ਪਹਿਲਾਂ ਤੁਹਾਨੂੰ ਇਸ ਪੋਰਟਲ ਦੇ ਉੱਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਪਏਗਾ। ਪਰ ਇਹ ਸਾਰੀਆਂ ਦੀਆਂ ਸਾਰੀਆਂ ਗਾਈਡਲਾਈਨਸ 8 ਅਗਸਤ ਤੋਂ ਸ਼ੁਰੂ ਹੋਣਗੀਆਂ। ਹੁਣ ਜਿਹੜੇ ਵਿਅਕਤੀਆਂ ਨੂੰ ਲੱਛਣ ਪਾਏਗਾ ਏਅਰਪੋਰਟ ਦੇ ਉੱਤੇ ਤੁਹਾਡੀ ਬਕਾਇਦਾ ਤੌਰ ਤੇ ਜਾਂਚ ਕੀਤੀ ਜਾਣੀ ਹੈ। ਕਿਸੇ ਨੂੰ ਖੰਘ, ਕਿਸੇ ਨੂੰ ਜ਼ੁਕਾਮ, ਕਿਸੇ ਨੂੰ ਬੁਖਾਰ ਹੋਇਆ, ਨਵੀਂ ਗਾਈਡਲਾਈਨ ਦੇ ਮੁਤਾਬਕ ਤੁਰੰਤ ਤੁਹਾਨੂੰ ਹਸਪਤਾਲ ਲਿਜਾਇਆ ਜਾਏਗਾ ਇਲਾਜ ਵਾਸਤੇ ਅਤੇ ਤੁਹਾਨੂੰ 14 ਦਿਨ ਕੁਆਰੰਟੀਨ ਕਰਨਾ ਪਏਗਾ। ਸੋ ਹੁਣ ਕੋਵਿਡ ਦੇ ਲੱਛਣਾਂ ਵਾਲੇ ਵਿਅਕਤੀਆਂ ਵਾਸਤੇ ਪਹਿਲਾਂ ਵੀ ਇਸੇ ਤਰ੍ਹਾਂ ਸੀ ਤੇ ਇਸ ਨਵੀਂ ਗਾਈਡਲਾਈਨ ਵਿੱਚ ਵੀ ਇਹੀ ਹੈ। ਪਰ 8 ਅਗਸਤ ਤੋਂ ਇਹ ਨਵੇਂ ਦਿਸ਼ਾ ਨਿਰਦੇਸ਼ ਲਾਗੂ ਹੋਣਗੇ। ਇਹਦਾ ਖਿਆਲ ਰੱਖਿਓ ਕਿ ਜੇਕਰ ਤੁਸੀਂ ਭਾਰਤ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ 72 ਘੰਟੇ ਸਫ਼ਰ ਤੋਂ ਪਹਿਲਾਂ ਆਨਲਾਈਨ ਪੋਰਟਲ ਤੇ ਰਜਿਸਟਰਡ ਕਰਨਾ ਲਾਜ਼ਮੀ ਹੋਏਗਾ। ਹੁਣ ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਇਹ ਹੈ, ਆਪਾਂ ਵੇਖਦੇ ਹਾਂ ਕਿ ਭਾਈ ਜਦੋਂ ਦਿਲ ਕਰਦਾ ਉਦੋਂ ਜਿੱਥੇ ਮਰਜ਼ੀ ਜਾਓ। ਇਸੇ ਕਰਕੇ ਬਹੁਤ ਸਾਰੇ ਲੋਕ ਨੇ ਪ੍ਰਾਈਵੇਟ ਕੰਮ ਨਹੀਂ ਕਰਨਾ ਚਾਹੁੰਦੇ, ਸਰਕਾਰ ਦੀ ਨੌਕਰੀ ਭਾਲਦੇ ਆ। ਕਈ ਕਹਿਣਗੇ ਆਪਾਂ ਤਾਂ ਸਰਕਾਰ ਦੇ ਜਵਾਈ ਲੱਗੇ ਹੋਏ ਆ, ਪਰ ਹੁਣ ਸਰਕਾਰਾਂ ਵੀ ਬਦਲ ਰਹੀਆਂ ਨੇ। ਆਮ ਤੌਰ ਤੇ ਤੁਸੀਂ ਦੇਖਣਾ ਕਿ ਸਰਕਾਰੀ ਮੁਲਾਜ਼ਮ ਸਮੇਂ ਦੇ ਪਾਬੰਦ ਨਹੀਂ ਹੁੰਦੇ, ਸਾਰਿਆਂ ਦੀ ਗੱਲ ਨਹੀਂ, ਬਹੁਤੇ। ਕੁਝ ਇੱਕ ਲੋਕ ਭਾਵੇਂ ਉਹ ਸਰਕਾਰੀ ਸੈਕਟਰ ਵਿੱਚ ਨੇ ਭਾਵੇਂ ਪ੍ਰਾਈਵੇਟ ਸੈਕਟਰ ਵਿੱਚ ਨੇ, ਉਹ ਕੰਮ ਨੂੰ ਪੂਜਾ ਸਮਝਦੇ ਆ, ਸਮੇਂ ਤੇ ਜਾਂਦੇ ਆ, ਮੁਕੰਮਲ ਕੰਮ ਕਰਦੇ ਆ। ਜਦੋਂ ਛੁੱਟੀ ਦਾ ਸਮਾਂ ਆਉਂਦਾ ਉਸੇ ਵਕਤ ਘਰ ਨੂੰ ਆਉਂਦਾ, ਪਰ ਕੁਝ ਫਰਲੋ ਤੇ ਰਹਿੰਦੇ ਆ। ਹੁਣ ਬੀਤੇ ਸ਼ਨੀਚਰਵਾਰ ਨੂੰ ਈਦ ਸੀ, ਦੱਸਿਆ ਗਿਆ ਕਿ ਭਾਈ ਜਿੰਨੇ ਵੀ ਮੁਲਾਜ਼ਮ ਨੇ ਸਵੇਰੇ 5 ਵਜੇ ਡਿਊਟੀ ਤੇ ਆ ਕੇ ਹਾਜ਼ਰ ਹੋਣੇ ਚਾਹੀਦੇ। 6 ਵਜੇ ਤੱਕ 36 ਮੁਲਾਜ਼ਮ ਸੀ ਜਿਹੜੇ 6 ਵਜੇ ਤੱਕ ਹਾਜ਼ਰ ਨਾ ਹੋਏ। ਦਿੱਲੀ ਦੇ ਉੱਤਰ ਪੱਛਮੀ ਜ਼ਿਲ੍ਹੇ ਦੇ ਵਿੱਚ ਇਹਨਾਂ ਦੀ ਤੈਨਾਤੀ ਸੀ। ਦਿੱਲੀ ਦੇ ਡੀਸੀਪੀ ਨੇ ਦੱਸਿਆ ਕਿ ਜਦੋਂ ਅਸੀਂ 1 ਘੰਟਾ ਉਡੀਕ ਕਰਦੇ ਰਹੇ, ਇਹਨਾਂ ਵਿੱਚ ਕੁਝ ਪੁਲਿਸ ਮੁਲਾਜ਼ਮ ਨੇ, ਕੁਝ ਅਸਿਸਟੈਂਟ ਸਬ ਇੰਸਪੈਕਟਰ ਵੀ ਨੇ, ASI ਨੇ। 36 ਬੰਦੇ ਸੀ, ਜਦੋਂ ਆਏ ਆ ਤੋਰੀ ਵਾਂਗੂ ਮੂੰਹ ਲਮਕਾ ਕੇ ਘਰ ਨੂੰ ਗਏ। ਕਾਰਨ ਕੀ? ਉਹਨੂੰ ਕਹਿੰਦੇ ਆਹ ਚੱਕੋ ਮੁਅੱਤਲੀ ਆਰਡਰ, ਕੰਮ ਤੇ ਦੁਬਾਰਾ ਪਰਤਣ ਦੀ ਲੋੜ ਨਹੀਂ, ਅਗਲੇ ਹੁਕਮਾਂ ਤੱਕ ਤੁਹਾਡੀ ਸਸਪੈਂਸ਼ਨ ਬਰਕਰਾਰ ਰਹੇਗੀ। ਹੁਣ ਇਹ ਤਾਂ ਸਿਰਫ 36 ਦੇ ਉੱਤੇ ਕਾਰਵਾਈ ਹੋਈ ਹੈ। ਪੰਜਾਬ ਦੇ ਵਿੱਚ ਵੀ ਤੇ ਸਮੁੱਚੇ ਭਾਰਤ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਸਮੇਂ ਦੇ ਪਾਬੰਦ ਨੇ। ਜੇਕਰ ਇੰਝ ਸਖਤੀ ਨਾਲ ਕਦਮ ਪੁੱਟਣ ਦੀ ਜ਼ਰੂਰਤ ਹੈ ਤਾਂ ਪੁੱਟੇ ਜਾਣੇ ਚਾਹੀਦੇ ਨੇ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਕੰਮ ਪੂਜਾ ਹੈ, ਵਰਕ ਇਜ਼ ਵਰਸ਼ਿਪ, ਤਾਂ ਕਿ ਕੰਮ ਸਮੇਂ ਸਿਰ ਹੋਵੇ, ਸਮੇਂ ਤੇ ਕੰਮ ਤੋਂ ਪਹਿਲਾਂ ਪਹੁੰਚੇ। ਜੇ ਹੁਣ ਇਹਨਾਂ ਮੁਲਕਾਂ ਵਿੱਚ ਵੀ ਹੈ, ਕਿਸੇ ਵਿਅਕਤੀ ਨੇ 7 ਵਜੇ ਲੱਗਣਾ, 6:55 ਤੇ ਕੰਮ ਵਾਲੀ ਥਾਂ ਤੇ ਵਿਅਕਤੀ ਬੈਠਾ ਜਾਂ ਖੜਾ ਹੁੰਦਾ। 7 ਵਜੇ ਹੈ, 7 ਵਜੇ ਕੰਮ ਸਟਾਰਟ ਹੈ, 3:30 ਵਜੇ ਤੱਕ ਕੰਮ ਹੈ। ਕੀ ਮਜ਼ਾਲ ਹੈ ਕੋਈ ਬੰਦਾ 3:28 ਤੇ ਘਰ ਨੂੰ ਤੁਰਿਆ ਹੋਵੇ? 3:28 ਤੇ ਤੁਰੋ, ਤੁਹਾਡੇ 15 ਮਿੰਟ ਕੱਟੇ ਜਾਣਗੇ। ਜੇ ਤੁਸੀਂ 7:01 ਤੇ ਕੰਮ ਜਾ ਕੇ ਸਟਾਰਟ ਕੀਤਾ, ਤੁਹਾਡੇ 15 ਮਿੰਟ ਕੱਟੇ ਜਾਣਗੇ।
ਇਸ ਕਰਕੇ ਕੋਈ ਵਿਅਕਤੀ ਨਹੀਂ ਚਾਹੁੰਦਾ ਕਿ 15 ਮਿੰਟ ਪਹਿਲਾਂ 1 ਮਿੰਟ ਲੇਟ ਨਾਲ ਤੇ 15 ਮਿੰਟ ਮੇਰੇ 1 ਘੰਟਾ ਪਹਿਲਾਂ ਛੱਡਣ ਨਾਲ ਅੱਧਾ ਘੰਟਾ ਕੰਮ ਦਾ ਉੜ ਗਿਆ। ਜੇ ਕਿਤੇ ਇੰਨੀ ਸਖਤੀ ਹੋ ਜੇ ਤੇ ਲੋਕ ਸਿੱਧੇ ਹੋ ਕੇ ਕੰਮ ਕਰਨ ਲੱਗਣਗੇ, ਪਰ ਸਰਕਾਰਾਂ ਨੂੰ ਵੀ ਸਿਰ ਦੋਣਾ ਪਏਗਾ। ਇਹ ਨਹੀਂ ਕਿ ਮੇਰੇ ਵਾਸਤੇ ਹੋਰ ਕਾਨੂੰਨ, ਤੁਹਾਡੇ ਵਾਸਤੇ ਹੋਰ ਕਾਨੂੰਨ ਤੇ ਆਪਣੇ ਵਾਸਤੇ ਹੋਰ ਕਾਨੂੰਨ, ਸਾਰਿਆਂ ਵਾਸਤੇ ਇੱਕੋ ਕਾਨੂੰਨ, ਇੱਕੋ ਹੀ ਨਿਆਂ ਤੇ ਇੱਕੋ ਹੀ ਸਮਾਂ ਹੋਵੇ। ਸੋ ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਕਹਿਣਾ ਚਾਹੁੰਦਾ ਕਿ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ, ਨੋਟੀਫਿਕੇਸ਼ਨ ਵਾਲੀ ਘੰਟੀ ਵੀ ਜ਼ਰੂਰ ਔਨ ਕਰ ਲਿਓ। ਕਿਸੇ ਵੀ ਖਬਰ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਮੈਂਟ ਕਰਨਾ ਹੋਵੇ, ਤੁਹਾਡਾ ਸਵਾਗਤ ਹੈ। ਹੁਣ ਦਵਿੰਦਰ ਸਿੰਘ ਬੈਣੀ ਪਾਲੂ ਆਗਿਆ ਦਿਓ। ਸਤਿ ਸ੍ਰੀ ਅਕਾਲ ਤੇ ਰੱਬ ਰਾਖਾ।